ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ। ਪੰਜਾਬ ਦੀ ਨੌਜਵਾਨੀ ਵੱਡੀ ਪੱਧਰ ਤੇ ਵਿਦੇਸ਼ਾਂ ਵੱਲ ਕੂਚ ਕਰ ਰਹੀ ਹੈ। ਕਈ ਵਾਰੀ ਜਲਦਬਾਜ਼ੀ ਉਹਨਾਂ ਦੇ ਖਤਰਿਆਂ ਵਿੱਚ ਵੀ ਪਾ ਦਿੰਦੀ ਹੈ। ਪਿਛਲੇ ਦਿਨੀ ਖਬਰਾਂ ਸਾਹਮਣੇ ਆਈਆਂ ਸੀ ਕਿ ਕੈਨੇਡਾ ਵਿੱਚੋਂ ਕਈ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਕਿਉਂਕਿ ਕਈ ਇਮੀਗ੍ਰੇਸ਼ਨ ਏਜੰਟਾਂ ਨੇ ਉਹਨਾਂ ਨੇ ਫਰਜ਼ੀ ਕਾਗਜ਼ ਲਾ ਕੇ ਉਹਨਾਂ ਨੂੰ ਵਿਦੇਸ਼ ਭੇਜਿਆ, ਜਿਸ ਨੂੰ ਲੈ ਕੇ ਜਿੱਥੇ ਪੰਜਾਬ ਵਿੱਚ ਵੱਡੀ ਪੱਧਰ ਤੇ ਇਮੀਗ੍ਰੇਸ਼ਨ ਸੈਂਟਰ ਖੁੱਲ ਰਹੇ ਤਾਂ ਬਠਿੰਡਾ ਵਿੱਚ ਵੀ ਅਜੀਤ ਗੜ੍ਹ ਬਣਿਆ ਹੋਇਆ, ਜਿੱਥੇ ਆਈਲੈਟਸ ਸੈਂਟਰ ਖੁੱਲੇ ਹਨ ਉੱਥੇ ਹੀ ਇਮੀਗ੍ਰੇਸ਼ਨ ਸੈਂਟਰ ਵੀ ਖੁੱਲੇ ਹਨ। ਅਤੇ ਇਹ ਵੀ ਕਈ ਖਬਰਾਂ ਸਾਹਮਣੇ ਆਈਆਂ, ਲੋਕ ਠੱਗੀ ਦਾ ਵੀ ਸ਼ਿਕਾਰ ਹੋ ਜਾਂਦੇ ਨੇ ਤੇ ਕਈ ਵਾਰੀ ਏਜੰਟ ਭੱਜ ਵੀ ਜਾਂਦੇ ਨੇ ਪੈਸਾ ਲੈ ਕੇ। ਕਈ ਮਾਮਲੇ ਵੀ ਦਰਜ ਹੁੰਦੇ ਨੇ। ਪਰ ਅੱਜ ਬਠਿੰਡਾ ਵਿਖੇ ਗਲੋਬਲ ਓਪਰਚੁਨਿਟੀ ਦੀ 23ਵੀਂ ਬ੍ਰਾਂਚ ਖੋਲ੍ਹੀ ਗਈ। CEO ਸਿਧਾਰਥ ਗੁਪਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਦੱਸਿਆ ਕਿ 1 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਅਸੀਂ ਵਿਦੇਸ਼ਾਂ ਵਿੱਚ ਭੇਜ ਚੁੱਕੇ ਹਾਂ ਤੇ ਬਠਿੰਡਾ ਵਿੱਚ ਅਸੀਂ 23ਵੀਂ ਬ੍ਰਾਂਚ ਖੋਲ੍ਹੀ ਹੈ। ਸਿਰਫ ਸਾਫ਼ ਸੁਥਰਾ ਹੀ ਕੰਮ ਕੀਤਾ ਜਾਂਦਾ। ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਵਿਦੇਸ਼ਾਂ ਵਿੱਚ ਖਾਸ ਕਰ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਨਜ਼ਰ ਆਉਂਦਾ ਹੈ ਕਿਉਂਕਿ ਬਹੁ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ ਪਰ ਉੱਥੇ ਕੰਮ ਦੀ ਸਮੱਸਿਆ ਆ ਰਹੀ। ਉਹਨਾਂ ਨੇ ਕਿਹਾ ਕਿ ਵਿਦੇਸ਼ ਵਿੱਚ ਬੇਸ਼ੱਕ ਅਗਰ ਨੌਜਵਾਨ ਵੱਧ ਤੋਂ ਵੱਧ ਜਾ ਰਹੇ ਹਨ ਪਰ ਜੋ ਨੌਜਵਾਨ ਪੜ੍ਹਨ ਵਾਸਤੇ ਜਾ ਰਹੇ ਹਨ ਉਹਨਾਂ ਨੂੰ ਕੰਮ ਜ਼ਰੂਰ ਮਿਲਦਾ ਹੈ। ਅਗਰ ਪੈਸੇ ਕਮਾਉਣ ਵਾਸਤੇ ਹੀ ਜਾ ਰਹੇ ਹੋ ਤਾਂ ਤੁਹਾਨੂੰ ਜ਼ਰੂਰ ਇਸ ਬਾਰੇ ਸੋਚਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸਾਡੀ ਕੰਪਨੀ ਵੱਲੋਂ ਸਾਫ਼ ਸੁਥਰਾ ਹੀ ਕੰਮ ਕੀਤਾ ਜਾਂਦਾ, ਕਦੇ ਵੀ ਕੋਈ ਫਰਜ਼ੀ ਕਾਗਜ਼ ਨਹੀਂ ਲਾਇਆ ਜਾਂਦਾ। ਭਾਵੇਂ ਕਿ ਉਹਨਾਂ ਨੇ ਇਸ ਗੱਲ ਦੇ ਦਾਅਵੇ ਕੀਤੇ ਪਰ ਤੁਸੀਂ ਆਪਣੀ ਜਾਗਰੂਕਤਾ ਨਾਲ ਤੁਸੀਂ ਜ਼ਰੂਰ ਵੇਖਣਾ ਹੁੰਦਾ ਹੈ ਕਿ ਕੋਈ ਵੀ ਏਜੰਟ ਜਾਂ ਇਮੀਗ੍ਰੇਸ਼ਨ ਸੈਂਟਰ ਤੁਹਾਡੇ ਨਾਲ ਤੋਂ ਠੱਗੀ ਤਾਂ ਨਹੀਂ ਕਰ ਰਿਹਾ। ਤੁਸੀਂ ਆਪਣੇ ਧਿਆਨ ਨਾਲ ਉੱਥੇ ਜਾ ਕੇ ਗੱਲਬਾਤ ਕਰੋ ਤੇ ਆਪਣੇ ਕਾਗਜ਼ ਪੱਤਰ ਠੀਕ ਤਰੀਕੇ ਨਾਲ ਦਿਓ ਤਾਂ ਕਿ ਸਹੀ ਤਰੀਕੇ ਨਾਲ ਜਾਣਾ ਹੀ ਤੁਹਾਡੇ ਲਈ ਲਾਹੇਵੰਦ ਹੁੰਦਾ ਹੈ। ਕੀ ਕਹਿਣਾ ਹੈ ਗਲੋਬਲ ਓਪਰਚੁਨਿਟੀ ਦੇ CEO ਸਿਧਾਰਥ ਗੁਪਤਾ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਆਈਡੀਆ ਹੈ ਕਿ ਸਟੂਡੈਂਟਸ ਨੂੰ ਪੰਜਾਬ ਦੇ ਜਿੰਨਾ ਵਾਈਡ ਰੀਚ ਮਿਲੇ, ਗਲੋਬਲ ਆਪਰਚੁਨਿਟੀ ਸਰਵਿਸ ਮਿਲਣ ਅਤੇ ਜਿਹੜਾ 750 ਯੂਨੀਵਰਸਿਟੀ ਦਾ ਸਾਡਾ ਪੋਰਟਫੋਲੀਓ ਹੈ ਸਟੂਡੈਂਟਸ ਨੂੰ ਉਹਦਾ ਐਡਵਾਂਟੇਜ ਮਿਲੇ। ਅੱਜ ਦੀ ਡੇਟ ਵਿੱਚ ਜਿਹੜਾ ਏਜੰਟ ਹੈ ਪੰਜਾਬ ਦਾ ਉਹਦੇ ਕੋਲ 2, 5, 7, 8, 10 ਯੂਨੀਵਰਸਿਟੀਜ਼ ਜਾਂ ਕਾਲਜ ਹੈਗੇ ਆ। ਸਾਡੇ ਕੋਲ 750 ਇੰਸਟੀਟਿਊਸ਼ਨ ਹੈ ਅਤੇ ਬਠਿੰਡਾ ਸਾਡਾ ਇੱਕ ਇਨੀਸ਼ੀਏਟਿਵ ਹੈ ਸਟੂਡੈਂਟਸ ਲਈ, ਜਿਹਦੇ ਵਿੱਚ ਵੀ ਵਾਂਟ ਕਿ ਸਟੂਡੈਂਟਸ ਨੂੰ ਇੱਕ ਪਲੈਟਫਾਰਮ ਦਿੱਤਾ ਜਾਏ, ਸਹੀ ਗਾਈਡੈਂਸ ਦਿੱਤੀ ਜਾਏ, ਜਿਹਦੇ ਵਿੱਚ ਸਟੂਡੈਂਟਸ ਜਿਹੜੇ ਬਾਹਰ ਪੜ੍ਹਨ ਦੇ ਇੱਛੁਕ ਹੈ ਉਹਨਾਂ ਨੂੰ ਪ੍ਰੋਪਰ ਸਾਡੇ ਕੋਲ ਇੱਕ ਐਡਵਾਈਸ ਮਿਲੇ। ਦੇਖੋ ਜੀ, ਸੇਫਟੀ ਕਰੀਅਰ ਵਾਈਜ਼ ਔਰ ਤੁਸੀਂ ਕਰੀਅਰ ਵਾਈਜ਼ ਸੇਫਟੀ ਕਹਿ ਰਹੇ ਹੋ ਜਾਂ ਤੁਸੀਂ ਓਵਰਆਲ ਸੇਫਟੀ ਕਹਿ ਰਹੇ ਹੋ? ਦੇਖੋ ਜੀ, ਓਵਰਆਲ ਸੇਫਟੀ ਦਾ ਹੈ ਕਿ ਪ੍ਰੋਬਲਮਸ ਕੈਨ ਹੈਪਨ ਐਨੀਵੇਅਰ। ਪ੍ਰੋਬਲਮ ਕਿੱਥੇ ਹੋ ਸਕਦੀ ਹੈ? ਸਟੂਡੈਂਟ ਨੂੰ ਖੁਦ ਸੇਫ ਰਹਿਣਾ। ਜੇ ਤੁਸੀਂ ਆਪਣੇ 'ਚ ਮਸਤ ਰਹੋਗੇ, ਜੇ ਤੁਸੀਂ ਜਾ ਕੇ ਆਪਣਾ ਪੜ੍ਹੋਗੇ, ਕਿਸੇ ਨਾਲ ਬਿਨਾਂ ਗੱਲ 'ਤੇ ਪੰਗੇ ਨਹੀਂ ਲੈਂਦੇ, ਕੋਈ ਪ੍ਰੋਬਲਮ ਨਹੀਂ ਆਏਗੀ। ਪ੍ਰੋਬਲਮ ਕਿੱਥੇ ਆਉਂਦੀ ਹੈ? ਜਿੱਥੇ ਬੱਚਾ ਇੱਕ ਦੂਜੇ ਨਾਲ ਜਾ ਕੇ ਲੜਦਾ ਹੈ ਜਾਂ ਗਲਤ ਕੰਮਾਂ 'ਚ ਪੈ ਜਾਂਦਾ ਹੈ ਜਾਂ ਲੋਕਲ ਬੰਦਿਆਂ ਨਾਲ ਜਾ ਕੇ ਕੋਈ ਪਲੱਸ ਮਾਈਨਸ ਕਰਦਾ ਹੈ, ਤਦ ਪ੍ਰੋਬਲਮ ਆਉਂਦੀ ਹੈ। ਬਟ ਮੈਂ ਖੁਦ ਲੰਡਨ 8 ਸਾਢੇ 8 ਸਾਲ ਰਿਹਾ, ਮੈਨੂੰ ਤਾਂ ਅੱਜ ਤੱਕ ਜੀ ਨਾ ਕੋਈ ਰੇਸਿਜ਼ਮ ਆਈ ਨਾ ਕੋਈ ਪ੍ਰੋਬਲਮ ਆਈ, ਬਿਕੋਜ਼ ਆਈ ਵਾਜ਼ ਵੈਰੀ ਕਲੀਅਰ। ਮੇਰੀ ਜ਼ਿੰਦਗੀ ਦਾ ਗੋਲ ਸੀ ਮੈਂ ਪੜ੍ਹਨਾ ਹੈ, ਕੰਮ ਕਰਨਾ ਹੈ, ਪੜ੍ਹ ਕੇ ਕੰਮ ਕਰਕੇ ਮੈਂ ਲਾਈਫ ਵਿੱਚ ਕੁਝ ਬਣਨਾ ਹੈ। ਅਤੇ ਸੇਫਟੀ ਚਾਹੇ ਇੰਡੀਆ ਹੈ ਚਾਹੇ ਇੰਡੀਆ ਦੇ ਬਾਹਰ ਹੈ, ਸੇਫਟੀ ਆਪਣੇ ਹੱਥ 'ਚ ਹੈ। ਸਿੱਧਾ ਚੱਲੋਗੇ ਕੋਈ ਪ੍ਰੋਬਲਮ ਨਹੀਂ ਆਏਗੀ, ਪੁੱਠੇ ਰਸਤੇ ਚੱਲੋਗੇ ਤਾਂ ਕੋਈ ਨਾ ਕੋਈ ਪ੍ਰੋਬਲਮ ਡੈਫੀਨਿਟਲੀ ਆਏਗੀ। ਬਿਲਕੁਲ ਠੀਕ ਹੈ। ਮੈਂ ਉਹੀ ਗੱਲ ਤੁਹਾਨੂੰ ਕਹਿਣਾ, ਜਿਹੜੇ ਏਜੰਟ ਹੈ ਉਹਨਾਂ ਕੀ ਕਰਦੇ ਹੈ, ਉਹ ਸਟੂਡੈਂਟਸ ਦਾ ਗਲਤ ਆਫਰ ਲੈਟਰ ਮੰਗਵਾਉਂਦੇ ਹੈ, ਗਲਤ ਅਕੈਡਮਿਕਸ ਦਿਖਾਉਂਦੇ ਹੈ, ਗਲਤ ਆਇਲਸ ਦਿਖਾਉਂਦੇ, ਗਲਤ ਫਾਈਨੈਂਸ਼ੀਅਲ ਦਿਖਾਉਂਦੇ ਹੈ। ਇਸੇ ਲਈ ਜਦ ਸਟੂਡੈਂਟ ਉੱਥੇ ਪਹੁੰਚਦੇ ਆ ਸਟੂਡੈਂਟ ਨੂੰ ਪ੍ਰੋਬਲਮ ਆਉਂਦੀ ਹੈ। ਗਲੋਬਲ ਆਪਰਚੁਨਿਟੀਜ਼ ਦੇ 23 ਸਾਲਾਂ ਦੀ ਹਿਸਟਰੀ ਵਿੱਚ ਅੱਜ ਤੱਕ ਕਦੀ ਇੱਕ ਸਟੂਡੈਂਟ ਵੀ ਡਿਪੋਰਟ ਨਹੀਂ ਹੋਇਆ। ਐਂਡ ਗਲੋਬਲ ਆਪਰਚੁਨਿਟੀਜ਼ ਨੇ 23 ਸਾਲਾਂ ਵਿੱਚ 1 ਲੱਖ ਤੋਂ ਜ਼ਿਆਦਾ ਬੱਚਾ ਭੇਜਤਾ ਬਾਹਰ, ਬਿਕੋਜ਼ ਵੀ ਗੋ ਬਾਏ ਜਿਹੜੇ ਡਾਕੂਮੈਂਟ ਸਟੂਡੈਂਟ ਸਾਨੂੰ ਸਬਮਿਟ ਕਰਦਾ ਹੈ ਉਹੀ ਡਾਕੂਮੈਂਟਸ ਅੱਗੇ ਹਾਈ ਕਮਿਸ਼ਨ ਨੂੰ ਜਾਂਦਾ ਹੈ। ਨਾ ਗਲੋਬਲ ਆਪਰਚੁਨਿਟੀਜ਼ ਗਲਤ ਡਾਕੂਮੈਂਟ ਬਣਾਉਂਦਾ ਹੈ, ਨਾ ਗਲੋਬਲ ਆਪਰਚੁਨਿਟੀ ਸਟੂਡੈਂਟ ਦੇ ਗਲਤ ਡਾਕੂਮੈਂਟਸ ਐਕਸੈਪਟ ਕਰਦਾ ਹੈ। ਸਰ, ਬਠਿੰਡਾ 'ਚ ਦਫ਼ਤਰ ਖੋਲ੍ਹਿਆ, ਕੀ ਮੈਸੇਜ ਦੇਣਾ ਚਾਹੁੰਦੇ ਹੋ ਖਾਸ ਕਰਕੇ ਬਠਿੰਡਾ ਦੇ ਸਟੂਡੈਂਟ? ਬਠਿੰਡਾ ਦੇ ਸਟੂਡੈਂਟਸ ਨੂੰ ਮੈਂ ਐਡਵਾਈਸ ਕਰਾਂਗਾ, ਤੁਸੀਂ ਪਲੀਜ਼ ਜਾ ਕੇ ਬਾਕੀ ਜਗ੍ਹਾ 'ਤੇ ਸਰਵਿਸਿਜ਼ ਲਓ, ਜ਼ਰੂਰ ਲਓ, ਕਾਉਂਸਲਿੰਗ ਲਓ, ਪਰ ਕਾਉਂਸਲਿੰਗ ਲੈਣ ਤੋਂ ਬਾਅਦ ਗਲੋਬਲ ਆਪਰਚੁਨਿਟੀਜ਼ ਆਫਿਸ ਆਓ, ਆ ਕੇ ਤੁਸੀਂ ਕਾਉਂਸਲਿੰਗ ਦੇਖੋ, ਮੇਰਾ ਸਟਾਫ ਮਿਲੋ, ਉਹਨਾਂ ਦੀ ਐਕਸਪਰਟੀਜ਼ ਦੇਖੋ, ਉਹਨਾਂ ਦਾ ਨੌਲੇਜ ਬੇਸ ਦੇਖੋ। ਜਿਹੜੇ ਤੁਸੀਂ ਬਾਕੀ ਏਜੰਟਾਂ ਕੋਲ ਜਾਓਗੇ ਉਹ ਤੁਹਾਨੂੰ ਵੱਧ ਤੋਂ ਵੱਧ 2, 5, 7 ਯੂਨੀਵਰਸਿਟੀਜ਼ ਆਫਰ ਕਰਨਗੇ। ਗਲੋਬਲ ਆਪਰਚੁਨਿਟੀਜ਼ ਤੁਹਾਨੂੰ 750 ਯੂਨੀਵਰਸਿਟੀਜ਼ ਦੇ
ਆਪਸ਼ਨਸ ਦਿੰਦਾ ਹੈ ਵਿਚ ਮੀਨਸ ਨਾਓ ਯੂਨੀਵਰਸਿਟੀਜ਼ ਗਿਵ ਕੰਟਰੈਕਟਸ ਬੇਸਡ ਪ੍ਰਾਇਮਰੀਲੀ ਔਨ ਈਅਰਸ ਆਫ ਐਕਸਪੀਰੀਅੰਸ ਐਂਡ ਹਾਊ ਗੁੱਡ ਯੋਰ ਕੰਪਨੀ ਇਜ਼। ਇੱਥੇ ਪੰਜਾਬ ਵਿੱਚ ਚਾਹੇ ਕੋਈ ਵੀ ਤੁਸੀਂ ਕੰਟਰੀ ਲੈ ਲਓ 2-4 ਕਾਲਜਸ ਜਿਹੜੇ ਵਿਕਦੇ ਆ, ਵੇਅਰਐਜ਼ ਜਿਹੜੇ ਬਾਕੀ ਕਾਲਜਸ ਜਿਹਦੇ ਸਟੂਡੈਂਟਸ ਐਲੀਜੀਬਲ ਹੋ ਸਕਦੇ ਆ ਉਹ ਵਿਕਦੇ ਜਾਂ ਉੱਥੇ ਸਟੂਡੈਂਟਸ ਕਿਉਂ ਨਹੀਂ ਜਾਂਦੇ, ਕਿਉਂਕਿ ਲੋਕਲ ਏਜੰਟ ਕੋਲ ਉਹ ਟਾਈ ਅਪ ਨਹੀਂ ਹੈ, ਜਦ ਕਿ ਗਲੋਬਲ ਓਪਰਚੁਨਿਟੀਜ਼ ਕੋਲ ਉਹ ਸਾਰੇ ਆਲਮੋਸਟ ਟਾਈ ਅਪਸ ਹੈਗੇ ਆ। ਇਹ ਲੱਖਾਂ ਵਿਦਿਆਰਥੀ ਹੈ ਕਿ ਆਏ ਸਾਲ ਚਲਾ ਜਾਂਦਾ ਜੀ, ਉਹ 'ਚ ਪੜ੍ਹਾਈ ਵਾਸਤੇ ਜਾਂਦੇ ਜਾਂ ਬਹੁਤੇ ਤਾਂ ਕੰਮ ਵਾਸਤੇ ਜਾਂਦੇ ਆ, ਕਿਸ ਤਰ੍ਹਾਂ ਦੇਖਦੇ ਜੀ? ਦੇਖੋ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿਹੜੇ ਸਟੂਡੈਂਟ ਬਾਹਰ ਜਾਂਦੇ ਹੈ, ਇੰਡੀਅਨ ਐਜੂਕੇਸ਼ਨ ਸਿਸਟਮ ਵੀ ਚੰਗਾ ਹੈ, ਪਰ ਜਿਹੜੇ ਬੱਚੇ ਬਾਹਰ ਜਾਂਦੇ ਅੱਜ ਦੀ ਡੇਟ ਵਿੱਚ ਮੇਰੀ ਓਪੀਨੀਅਨ ਨਾਲ ਜਾਂ ਤਾਂ ਬੱਚੇ ਜਾਂਦੇ ਗਲੋਬਲ ਐਕਸਪੋਜ਼ਰ ਲੈਣ ਜਾਂ ਦੂਜੇ ਬੱਚੇ ਜਾਂਦੇ ਕੰਮ ਕਰਨ ਲਈ। ਜਿਵੇਂ ਮੈਂ ਪਹਿਲੇ ਕਿਹਾ, ਜਿਹੜੇ ਬੱਚਿਆਂ ਨੇ ਬਾਹਰ ਕੰਮ ਕਰਨ ਲਈ ਜਾਣਾ ਹੈ, ਮੇਰਾ ਸਟਾਫ ਆਈਡੈਂਟੀਫਾਈ ਕਰਦਾ ਹੈ ਅਤੇ ਮੋਸਟਲੀ ਆਪਾਂ ਸਕਸੈਸਫੁਲ ਵੀ ਰਹਿੰਦੇ ਹਾਂ। ਜਿੱਥੇ ਸਟੂਡੈਂਟ ਦਾ ਸਿਰਫ ਮੋਟਿਵ ਕੰਮ ਕਰਨਾ ਹੈ, ਉਹ ਸਟੂਡੈਂਟਸ ਨੂੰ ਆਪਾਂ ਕੇਟਰ ਨਹੀਂ ਕਰੀਦਾ। ਜਿਹੜੇ ਸਟੂਡੈਂਟਸ ਨੇ ਉੱਥੇ ਜਾ ਕੇ ਐਜੂਕੇਸ਼ਨ ਲੈਣੀ ਹੈ, ਉਹ ਸਟੂਡੈਂਟ ਨੂੰ ਵੀ ਗਿਵ ਦੈਮ ਪ੍ਰੋਪਰ ਹੈਂਡ ਹੋਲਡਿੰਗ, ਬਿਕੋਜ਼ ਇਵੈਂਚੁਅਲੀ ਜੇ ਸਟੂਡੈਂਟ ਚੰਗੀ ਯੂਨੀਵਰਸਿਟੀ ਵਿੱਚ ਜਾਂਦਾ ਹੈ, ਚੰਗੇ ਨੰਬਰਾਂ ਨਾਲ ਪਾਸ ਹੁੰਦਾ ਹੈ, ਚੰਗੀ ਜਗ੍ਹਾ ਪਲੇਸ ਹੁੰਦਾ ਹੈ, ਉਹਦੇ ਨਾਲ ਗਲੋਬਲ ਓਪਰਚੁਨਿਟੀਜ਼ ਦੀ ਵੀ ਰੈਪੂਟੇਸ਼ਨ ਇਨਕਰੀਜ਼ ਹੁੰਦੀ ਹੈ, ਸਿਰਫ ਸਟੂਡੈਂਟ ਦੇ ਨਾਲ ਨਹੀਂ, ਹਾਈ ਕਮਿਸ਼ਨ ਵਿੱਚ ਵੀ ਅਤੇ ਯੂਨੀਵਰਸਿਟੀ ਵਿੱਚ ਵੀ। ਜਿਵੇਂ ਲੱਖਾਂ ਵਿਦਿਆਰਥੀ ਜਾਈ ਜਾਂਦਾ ਜੀ, ਉੱਥੇ ਕੰਮ ਉਹਨਾਂ ਨੂੰ ਮਿਲਦਾ ਨਹੀਂ, ਮੇਰੇ ਤਾਂ ਜਾ ਕੇ ਕੰਮ ਵਾਸਤੇ ਰਹੇ ਬਹੁਤੇ। ਦੇਖੋ ਜੀ, ਮੈਂ ਭਾਈ ਸਾਹਿਬ ਉਹੀ ਗੱਲ ਰਿਪੀਟ ਕਰ ਰਿਹਾ, ਜਿਹੜੇ ਬੱਚੇ ਦਾ ਗੋਲ ਸਿਰਫ ਕੰਮ ਕਰਨਾ ਹੈ, ਉਹ ਗਲੋਬਲ ਉਹਨੂੰ ਕੇਟਰ ਨਹੀਂ ਕਰਦਾ। ਜਿਹੜੇ ਬੱਚੇ ਨੇ ਪੜ੍ਹਨ ਜਾਣਾ ਹੈ, ਉਹ ਬੱਚੇ ਨੂੰ ਮੈਂ ਕੇਟਰ ਕਰਨਾ ਹੈ। ਹੁਣ ਫॉर ਮੀ, ਜਿਵੇਂ ਮੈਂ ਤੁਹਾਨੂੰ ਕਿਹਾ, ਜੇ ਬੱਚਾ 20 ਘੰਟੇ ਪਾਰਟ ਟਾਈਮ ਜੌਬ ਅਲਾਊਡ ਹੈ, ਜੇ ਬੱਚਾ 20 ਘੰਟੇ ਪਾਰਟ ਟਾਈਮ ਜੌਬ ਕਰਦਾ ਹੈ, ਉਹ ਆਪਣੇ ਆਰਾਮ ਨਾਲ ਰਹਿਣਾ ਖਾਣਾ ਪੀਣਾ ਖਰਚੇ ਕਰ ਸਕਦਾ ਹੈ। ਜੇ ਤੁਸੀਂ ਕਹੋ ਕਿ ਟਿਊਸ਼ਨ ਫੀ ਵੀ ਆਪਣੀ ਕਮਾਏ, ਪੇਰੈਂਟਸ ਨੂੰ ਵੀ ਘਰ ਭੇਜੇ, ਉਹੋ ਜਿਹੇ ਬੱਚੇ ਨੂੰ ਮੈਂ ਪ੍ਰਮੋਟ ਨਹੀਂ ਕਰਦਾ। ਬਿਕੋਜ਼ ਮੈਂ ਇੱਕ ਗੱਲ ਕਹਿਣਾ, ਤੁਸੀਂ ਪੜ੍ਹੋ, ਪਾਰਟ ਟਾਈਮ ਜੌਬ ਕਰੋ, ਆਪਣੇ ਖਰਚੇ ਕੱਢੋ, ਡਿਗਰੀ ਲਓ। ਡਿਗਰੀ ਲੈਣ ਤੋਂ ਬਾਅਦ ਪੂਰੀ ਜ਼ਿੰਦਗੀ ਪਈ ਹੈ ਕਮਾਉਣ ਲਈ। ਜੇ ਤੁਸੀਂ ਪਹਿਲੇ ਹੀ ਕਮਾਉਣਾ ਸ਼ੁਰੂ ਕਰ ਦੋਗੇ, ਡਿਗਰੀ ਨਹੀਂ ਲਓਗੇ, ਫਿਰ ਅਗਲੇ 10 ਸਾਲਾਂ ਬਾਅਦ ਕੀ ਕਰੋਗੇ? ਉਹੀ ਜਿਵੇਂ ਭਾਈ ਸਾਹਿਬ ਨੇ ਇੱਥੇ ਕਿਹਾ ਸੀ ਦਿਹਾੜੀਦਾਰ, ਅਤੇ ਮੈਂ ਉਸ ਕੈਟੇਗਰੀ ਨੂੰ ਪ੍ਰਮੋਟ ਕਰਦਾ ਹੀ ਨਹੀਂ। ਇੱਕ ਸਰ ਜਿਹੜੇ ਕਈ ਕੇਸ ਇਸ ਤਰ੍ਹਾਂ ਦੇ ਸਾਹਮਣੇ ਆਏ ਕਿ ਜਦੋਂ ਤੁਹਾਡੇ ਕੋਲ ਆਉਂਦੇ ਆ, ਦੂਸਰਿਆਂ ਕੋਲ ਸਭ ਕੋਲ ਉਹ ਜਿਹੜੇ ਡਾਕੂਮੈਂਟਸ ਫਾਈਲ ਵਾਸਤੇ ਆਏ ਤੇ ਇੱਕ ਵਾਰੀ ਨਹੀਂ ਦੱਸਦੇ, ਕਦੇ ਕੁਝ ਮੰਗ ਲੈਂਦੇ, ਕਦੇ ਕੁਝ ਦਿਨਾਂ ਬਾਅਦ ਕੁਝ ਮੰਗ ਲੈਂਦੇ, ਬਹੁਤ ਸਾਰੀਆਂ। ਨਹੀਂ ਜੀ, ਉਹ ਡਿਪੈਂਡ ਕਰਦਾ ਜੀ ਤੁਸੀਂ ਕਿਹੜੀ ਕੰਪਨੀ ਕੋਲ ਜਾ ਰਹੇ ਹੋ। ਜਦ ਸਟੂਡੈਂਟ ਸਾਡੇ ਕੋਲ ਆਉਂਦਾ, ਸਾਡੇ ਕੋਲ ਪ੍ਰੋਪਰ ਪਰਫਾਰਮਰ ਚੈੱਕਲਿਸਟ ਹੈ ਕਿ ਹਰ ਕੰਟਰੀ ਦੇ ਹਿਸਾਬ ਨਾਲ ਪਰਫਾਰਮਰ ਚੈੱਕਲਿਸਟ ਹੈ ਕਿ ਜੀ ਤੁਹਾਡੀ ਇਹ ਚੈੱਕਲਿਸਟ ਹੈ, ਇਸ ਚੈੱਕਲਿਸਟ ਦੇ ਹਿਸਾਬ ਨਾਲ ਤੁਸੀਂ ਡਾਕੂਮੈਂਟਸ ਕਰੋ, ਅਤੇ ਫਰੋਮ ਡੇ 1 ਉਹਨਾਂ ਦੀ ਵੀਜ਼ਾ ਕਾਉਂਸਲਿੰਗ ਸਟਾਰਟ ਹੋ ਜਾਂਦੀ ਹੈ। ਜੇ ਸਟੂਡੈਂਟ ਨੂੰ ਤਾਂ ਨੋਰਮਲੀ ਫਾਈਨੈਂਸ਼ੀਅਲਸ ਬਾਰੇ ਪਤਾ ਨਹੀਂ ਹੁੰਦਾ, ਫਿਰ ਉਹਨਾਂ ਦੇ ਪੇਰੈਂਟਸ ਨਾਲ ਮੀਟਿੰਗ ਕਰਕੇ ਦੱਸਿਆ ਜਾਂਦਾ ਜੀ ਇਹ ਕਾਗਜ਼ ਕਰੋ। ਅਤੇ ਹਾਂ, 99% ਸਾਡੇ ਕਾਗਜ਼ ਐਕੂਰੇਟ ਹੈ। ਕਦੀ ਯੂਨੀਵਰਸਿਟੀ ਕਦੀ ਕੋਈ ਐਡੀਸ਼ਨਲ ਡਾਕੂਮੈਂਟ ਜੇ ਮੰਗ ਲਏ, ਉਹ ਸਬਜੈਕਟਿਵ ਹੈ, ਬਟ ਸਾਡੀ ਚੈੱਕਲਿਸਟ ਹੈ ਇਹ ਨਹੀਂ ਕਿ ਅੱਜ ਇਹ ਡਾਕੂਮੈਂਟ ਦਿਓ, ਕੱਲ੍ਹ ਇਹ ਦਿਓ, ਪਰਸੋਂ ਇਹ ਦਿਓ। ਆਰ ਚੈੱਕਲਿਸਟ ਇਜ਼ ਸਟੈਂਡਰਡਾਈਜ਼ਡ ਵਿਚ ਇਜ਼ ਬੇਸਡ ਔਨ ਦਾ ਹਾਈ ਕਮਿਸ਼ਨ ਰਿਕੁਆਇਰਮੈਂਟਸ।